ਤੇ ਆਪਣਾ ਰਾਜਕਿਰਨ ਅੱਜ ਜਿਹੜਾ ਇੱਕ ਹੋਰ ਬਹੁਤ ਇੰਪੋਰਟੈਂਟ ਮੁੱਦਾ ਜਿਹੜਾ ਆਪਾਂ ਬੜੇ ਚਿਰਾਂ ਤੋਂ ਗੱਲ ਕਰਦੇ ਆ ਰਹੇ ਹਾਂ, ਹਰ ਸ਼ੋਅ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਜਿਹੜਾ ਕਿ ਖਾਸ ਕਰਕੇ ਆਪਣੀ ਕਮਿਊਨਿਟੀ ਵੱਲੋਂ ਲੋਡ ਚੋਰੀ ਹੋ ਰਹੇ ਆ। ਆਪਣੀ ਕਮਿਊਨਿਟੀ ਵੱਲੋਂ ਇਹ ਚੀਜ਼ਾਂ ਹੋ ਰਹੀਆਂ, ਇੰਨੇ ਵਾਈਡਲੀ ਬੇਸਿਸ ਤੇ ਹੋ ਰਹੀਆਂ, ਇੰਨੀ ਸ਼ਰੇਆਮ ਹੋ ਰਹੀਆਂ ਕਿ ਅੱਜ ਮੈਨੂੰ ਸਵੇਰੇ ਪ੍ਰੋਗਰਾਮ ਤੋਂ ਪਹਿਲਾਂ ਹੀ ਪ੍ਰੋਮਿਨੈਂਟ ਟਰੱਕਿੰਗ ਕੰਪਨੀ ਦੀ ਕਾਲ ਆਈ ਹੈ ਕਿ 3 ਲੋਡ ਚੋਰੀ ਹੋਏ ਆ ਲਾਸਟ ਵੀਕਐਂਡ ਦੇ ਵਿੱਚ। ਲਾਈਵ ਬੰਦੇ ਫੜੇ ਵੀ ਗਏ ਆ ਵੇਗਸ ਦੇ ਵਿੱਚ, ਲਾਈਵ ਕਈ ਕੁਝ ਹੋਇਆ ਹੈਗਾ। ਮਤਲਬ ਕਿ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਇਹੋ ਹੀ ਸੋਚ ਰਿਹਾ ਸੀਗਾ ਕਿ ਯਾਰ ਮਤਲਬ ਕਿੱਥੇ ਜਾ ਕੇ ਖਤਮ ਹੋਊਗੀ ਚੀਜ਼, ਮਤਲਬ ਕਿਸ ਤਰ੍ਹਾਂ ਇਸ ਚੀਜ਼ ਨੂੰ ਖਤਮ ਕੀਤਾ ਜਾ ਸਕਦਾ ਆ, ਜਿਹਦੇ ਵਿੱਚ ਲਾਅ ਇਨਫੋਰਸਮੈਂਟ ਦੀ ਵੀ ਨਲਾਇਕੀ ਹੈਗੀ ਆ। ਲਾਅ ਇਨਫੋਰਸਮੈਂਟ ਜਿਹੜੀ ਉਹ ਰਿਐਕਟ ਨਹੀਂ ਕਰਦੀ ਸਮੇਂ ਤੇ। ਉਹਨਾਂ ਨੂੰ ਲੋਕਲ ਲਾਅ ਇਨਫੋਰਸਮੈਂਟ ਨੂੰ ਨਾਲ ਲੈ ਕੇ ਵਿੱਚ ਪਾ ਕੇ ਬਹੁਤ ਅਪਰੋਚ ਕਰਕੇ ਬੰਦੇ ਫੜਨੇ ਪਏ, ਪਰ ਸਟਿਲ ਜਿਹੜੀ ਲਾਅ ਇਨਫੋਰਸਮੈਂਟ ਆ ਉਹਦੇ ਵੱਲੋਂ ਬਹੁਤ ਹੀ ਜ਼ਿਆਦਾ ਜਿਹੜੀ ਆ ਉਹ ਨਲਾਇਕੀ ਦਿਖਾਈ ਗਈ। ਤੇ ਇਹਦੇ ਨਾਲ ਜਿਹੜਾ ਆ ਕੰਮ ਇਹ ਆ ਕਿ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਇਸ ਵੇਲੇ। ਅਸੀਂ ਜਿਹੜੀ ਟਰੱਕਿੰਗ ਕੰਪਨੀ 'ਚ ਜਾਂਦੇ ਆ, ਮੈਨੂੰ ਘੱਟੋ ਘੱਟ ਵੀਕ ਦੀਆਂ 10 ਕਾਲ ਇਸ ਕੰਮ ਦੀਆਂ ਆਉਂਦੀਆਂ ਕਿ ਸਾਡੇ ਨਾਂ ਤੇ ਚੋਰੀ ਹੋ ਰਹੀ ਆ, ਔਰ ਸਾਡਾ ਜਿਹੜਾ MC ਨੰਬਰ ਆ ਉਹ ਚੋਰੀ ਹੋ ਗਿਆ, ਔਰ ਬੰਦੇ ਚੋਰੀ ਕਰ ਰਹੇ, ਸਾਡੇ ਲੋਡ ਰੋਜ਼ ਬੁੱਕ ਹੋ ਰਹੇ ਸਾਡੇ ਨਾਂ ਤੇ ਹੁਣ ਲੋਡ ਨਹੀਂ ਦਿੰਦਾ ਬਰੋਕਰ ਕੋਈ। ਆਹ ਚੀਜ਼ਾਂ ਇੰਨੀਆਂ ਕਿ ਜ਼ਿਆਦੀਆਂ ਕਾਮਨ ਹੋ ਚੁੱਕੀਆਂ, ਨਾਰਮਲ ਹੋ ਚੁੱਕੀਆਂ। ਮੈਂ ਅੱਜ ਫੇਰ ਕਹਿ ਰਿਹਾ, ਇਹ ਚੀਜ਼ਾਂ ਦੇ ਨਾਲ ਸਾਡੇ ਉੱਤੇ ਹੋਰ ਸਖਤਾਈਆਂ ਹੋਣੀਆਂ, ਹੁਣ ਸਾਡੇ ਉੱਤੇ ਹੋਰ ਚੀਜ਼ਾਂ ਹੋਣੀਆਂ ਜਿਹੜੀਆਂ ਕਿ ਮੁੜ ਕੇ ਬਾਅਦ ਦੇ ਵਿੱਚ ਸਾਡੀਆਂ ਚੀਕਾਂ ਨਿਕਲਦੀਆਂ ਕਿ ਅਸੀਂ ਚੀਕਾਂ ਮਾਰਦੇ ਸਾਡੇ ਨਾਲ ਆਹ ਧੱਕਾ ਹੋ ਰਿਹਾ। ਤਾਂ ਧੱਕਾ ਨਹੀਂ, ਅਸੀਂ ਧੱਕਾ ਕਰਨ ਨੂੰ ਮਜਬੂਰ ਕਰਦੇ ਹਾਂ ਅਗਲੇ ਨੂੰ। ਸੋ ਇਸ ਕਰਕੇ ਇਹ ਚੀਜ਼ਾਂ ਦੇ ਉੱਤੇ ਜਿਹੜਾ ਆ ਲੋਕਾਂ ਨੂੰ, ਜੇ ਮੈਂ ਹਮੇਸ਼ਾ ਤੋਂ ਕਹਿਣਾ, ਜੇ ਤੁਹਾਨੂੰ ਕੋਈ ਲੱਗਦਾ ਨਾ ਤੁਹਾਡੇ ਆਲੇ ਦੁਆਲੇ ਕੋਈ ਗਲਤ ਕੰਮ ਕਰ ਰਿਹਾ, ਰਿਪੋਰਟ ਕਰੋ ਯਾਰ ਉਹਦੀ। ਮਤਲਬ ਇਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੋ, ਨਾ ਕਿ ਮੂਕ ਦਰਸ਼ਕ ਬਣ ਕੇ ਇੱਕ ਕੰਢੇ ਤੇ ਬਹਿ ਕੇ ਤਮਾਸ਼ਾ ਦੇਖੋ ਵੀ ਕੋਈ ਗੱਲ ਨਹੀਂ, ਮੇਰਾ ਕਿਹੜਾ ਲੋਡ ਚੋਰੀ ਹੋਇਆ, ਉਹਦਾ ਹੀ ਹੋਇਆ, ਆਪੇ ਕੁਝ ਕਰੂਗਾ। ਅੱਛਾ, ਤੁਸੀਂ ਰਮਨ ਜੀ ਯਾਦ ਆ ਜਦੋਂ ਹੁਣ ਰੀਸੈਂਟਲੀ ਤੁਸੀਂ ਇੱਕ ਟਰੱਕ ਸ਼ੋਅ ਦੇ ਉੱਤੇ ਜਿੱਥੇ ਗਏ ਸੀਗੇ, ਉੱਥੋਂ ਤੁਸੀਂ ਜਿਹੜਾ ਉਹ ਦੱਸਿਆ ਸੀਗਾ ਵੀ FMCSA ਵਾਲੇ ਇਹ MC ਨੂੰ ਰਜਿਸਟਰ ਕਰਨ ਦੇ ਲਈ ਸੈਲਫੀ ਉਹ ਕੰਮ ਕਿੰਨੇ ਕੁ ਪੱਧਰ ਦੇ ਉੱਤੇ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ, ਕਿਹਨੂੰ ਕਰਨਾ ਪੈਣਾ ਆ ਜੇ, ਜਾਂ ਕਦੋਂ ਤੱਕ ਫੁੱਲ ਫਲੈਜ ਮਾਰਕੀਟ ਚ ਆਊਗਾ? ਰਾਜਕਿਰਨ ਉਹ ਆਲਰੇਡੀ ਸਟਾਰਟ ਹੋ ਚੁੱਕਾ ਹੈ, ਮੇਰੇ ਖਿਆਲ ਬੀਟਾ ਲੈਵਲ ਤੇ ਸਟਾਰਟ ਹੋਇਆ। ਕਈ ਜਿਹੜੇ ਪਰਮਿਟਸ ਵਾਲੇ ਉਹਨਾਂ ਨਾਲ ਗੱਲ ਹੋਈ ਆ, ਉਹ ਦੱਸਦੇ ਆ ਕਿ ਹੁਣ ਜਿਹੜੀ ਕੰਪਨੀ ਖੋਲਦੀ ਆ ਉਹ ਸੈਲਫੀ ਲੈ ਕੇ ਐਡਰੈਸ ਦੀ ਵੈਰੀਫਿਕੇਸ਼ਨ, ਬਹੁਤ ਵੈਰੀਫਿਕੇਸ਼ਨ ਹੁੰਦੀ ਆ, ਫਿਰ ਹੁੰਦੀ ਆ। ਤੇ ਅਸਲ ਜਿਹੜੀ ਕਹਾਣੀ ਆ ਉਹ ਹੁਣ ਜੂਨ ਦੇ ਵਿੱਚ ਸ਼ੁਰੂ ਹੋਣੀ ਆ, ਜੂਨ ਦੇ ਵਿੱਚ ਫੁੱਲੀ ਇੰਪਲੀਮੈਂਟ ਹੋਣਾ ਆ। ਤੇ ਮੇਰੇ ਖਿਆਲ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਐਗਜ਼ਿਸਟਿੰਗ ਕੰਪਨੀਆਂ ਆ ਉਹਨਾਂ ਦੇ ਉੱਤੇ ਵੀ ਹੌਲੀ ਹੌਲੀ ਇਹ ਜਿਹੜਾ ਸ਼ਿਕੰਜਾ ਕੱਸਿਆ ਜਾਣਾ ਕਿ ਉਹਨਾਂ ਨੂੰ ਰੀ-ਸਰਟੀਫਿਕੇਸ਼ਨ ਜਾਂ ਆਇਡੈਂਟੀਫਿਕੇਸ਼ਨ ਉਹਨਾਂ ਨੂੰ ਕਰਨੀ ਪੈਣੀ ਹੈ। ਬਿਕਾਜ਼ ਬਹੁਤ ਕੈਮਲੀਅਨ ਕੰਪਨੀਆਂ ਹੈਗੀਆਂ ਜਿਹੜੀਆਂ ਕਿ ਗੋਸਟ ਕੰਪਨੀਆਂ ਹੈਗੀਆਂ ਜਿਹੜੀਆਂ ਵਿੱਚ ਚੱਲੀਆਂ ਹੋਈਆਂ ਆ ਔਰ ਚੱਲ ਰਹੀਆਂ ਆ, ਉਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਉਹ ਜਲਦੀ ਕੱਸਿਆ ਜਾਣਾ। ਇਹ ਸਿਸਟਮ ਜਿਹੜਾ ਮੇਰੇ ਖਿਆਲ, ਮੈਂ ਜਿੰਨੇ ਕੁ ਪਰਮਿਟ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਕਿ ਆਲਰੇਡੀ ਇਹ ਸਿਸਟਮ ਜਿਹੜਾ ਚੱਲ ਰਿਹਾ ਹੈਗਾ। ਦੂਸਰੀ ਚੀਜ਼ ਆ, ਜਿਹੜੇ ਵਰਕ ਪਰਮਿਟ ਵਾਲੇ ਹੈਗੇ ਆ ਉਹਨਾਂ ਦੇ ਲਈ ਸ਼ਾਇਦ ਰਿਸਟ੍ਰਿਕਸ਼ਨ ਹੋ ਚੁੱਕੀ ਹੈ ਕਿ ਕੰਪਨੀ ਨਹੀਂ ਖੋਲ ਸਕਦੀ। ਉਹ ਜਿਹੜੀ ਚੀਜ਼ ਆ ਉਹ ਵੀ ਮੇਰੇ ਖਿਆਲ ਉੱਤੇ ਵੀ ਕੈਲੀਫੋਰਨੀਆ ਚ ਜਾਂ ਆਲ ਓਵਰ? ਆਲ ਓਵਰ ਜੀ, ਇਹ ਫੈਡਰਲ ਲਾਅ ਆ। ਇਹ ਫੈਡਰਲ ਲਾਅ ਆ, ਠੀਕ ਹੈ ਜੀ। ਓਕੇ, ਸੋ ਇਹਦੇ ਨਾਲ ਤਾਂ ਫਿਰ ਕਾਫੀ ਅਸਰ ਜਿਹੜਾ ਉਹ ਪਊਗਾ। ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰੇ ਜਿਹੜੇ ਵਰਕ ਪਰਮਿਟ ਵਾਲੇ ਹੁੰਦੇ ਆ ਉਹ ਕੰਪਨੀਜ਼ ਵੀ ਖੋਲਦੇ ਆ, ਉਹ ਚਲਾਉਂਦੇ ਵੀ ਆ, ਤੇ ਉਹਦੇ ਨਾਲ ਅਸਰ ਜਿਹੜਾ ਪਊਗਾ। ਯਾਦ ਆ ਕੁਝ ਸਾਲ ਪਹਿਲਾਂ ਹਰਜੋਤ ਸਿੰਘ ਜੀ ਇੱਕ ਵਾਰੀ DMV ਕੈਲੀਫੋਰਨੀਆ ਦੀ ਨੇ ਕੋਸ਼ਿਸ਼ ਕੀਤੀ ਸੀ ਇਹ ਕਰਨ ਦੀ ਵੀ ਜਿਹੜੇ ਲਾਇਸੈਂਸ ਆ ਉਹ ਇਕੱਲੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨੂੰ ਹੀ ਦੇਣੇ ਆ, ਦੂਜਿਆਂ ਨੂੰ ਨਹੀਂ ਦੇਣੇ। ਫਿਰ ਵਾਹਵਾ ਰੌਲਾ ਰੋਪਾ ਪਿਆ ਸੀਗਾ, ਉਹ ਫੈਸਲਾ ਲੈ ਕੇ ਬਾਅਦ ਚ ਵਾਪਸ ਜਿਹੜਾ ਉਹ ਕਰ ਲਿਆ ਸੀ। ਮੈਨੂੰ ਲੱਗਦਾ ਕੁਝ ਸਟੇਟਸ ਦੇ ਵਿੱਚ ਅਜੇ ਵੀ ਇੱਦਾਂ ਹੈਗਾ ਆ ਵੀ ਜਿੱਥੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉਹ ਸਿਰਫ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਨੂੰ ਹੀ ਦਿੰਦੇ ਆ, ਵਰਕ ਪਰਮਿਟ ਵਾਲਿਆਂ ਨੂੰ ਜਿਹੜਾ ਉਹ ਨਹੀਂ ਦਿੰਦੇ ਹੈਗੇ ਉਸ ਤਰੀਕੇ ਦੇ ਨਾਲ। ਪਰ ਕੈਲੀਫੋਰਨੀਆ 'ਚ ਇੱਕ ਵਾਰੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਉਹਨਾਂ ਨੇ ਵਾਪਸ ਜਿਹੜਾ ਉਹ ਲੈ ਲਿਆ ਸੀਗਾ। ਪਰ ਇਹ ਆਈ ਥਿੰਕ ਚੋਰੀ ਚਕਾਰੀ ਤਾਂ ਫਿਰ MC ਨੰਬਰ ਵਾਲਾ ਬਹੁਤ ਜ਼ਿਆਦਾ ਜਿਹੜਾ ਰੌਲਾ ਪਿਆ। ਅੱਛਾ, ਇੰਡੀਆ ਤੋਂ ਕਾਲਾਂ ਨੂੰ ਲੈ ਕੇ ਕਿੱਦਾਂ ਆ ਡਾਟਾ? ਉੱਥੇ ਸਭ ਨੂੰ ਹੀ ਪਤਾ ਵੀ ਗਿਆ ਬਹੁਤ ਆ, ਚੋਰੀ ਵੀ ਬਹੁਤ ਹੋਇਆ। ਹੁਣ ਕਾਲਾਂ ਵੀ ਜਿਹੜੀਆਂ ਕਈ ਤਰੀਕੇ ਦੀਆਂ ਸਕੈਮ ਦੀਆਂ ਵੀ ਆਉਂਦੀਆਂ, ਉਸੇ ਤਰੀਕੇ ਦੇ ਨਾਲ ਹੀ ਚੱਲ ਰਹੀਆਂ। ਰਾਜਕਿਰਨ, ਤੁਸੀਂ ਯਕੀਨ ਨਹੀਂ ਕਰੋਗੇ, ਮੇਰੇ ਕੋਲ ਅਸੀਂ ਕਿਉਂਕਿ ਜਿਹੜਾ ਡਿਸਪੈਚ ਕਲਾਸਿਸ ਹੈਗੀਆਂ ਸਾਡੇ ਇੱਥੇ ਸਕੂਲ ਹੈਗੇ ਆ ਜਿਨ੍ਹਾਂ ਨਾਲ ਅਸੀਂ ਕੋਆਰਡੀਨੇਟ ਕਰਦੇ ਹਾਂ, ਡਿਸਪੈਚ ਕਲਾਸਿਸ ਦਿੰਦੇ ਹਾਂ। ਸੋ ਉਹਦੀ ਮੈਂ ਵੀਡੀਓ ਬਣਾਈ ਸੀਗੀ, ਮੈਨੂੰ ਇੱਕ ਕਾਲ ਆਈ ਬੰਦੇ ਦੀ
ਕਿ ਡਿਸਪੈਚ ਕਲਾਸਿਸ ਤੁਸੀਂ ਕਿੱਥੋਂ ਦਿੰਦੇ ਆ, ਕਿਉਂਕਿ ਇੱਥੋਂ ਲੋਕਲ ਕੈਲੀਫੋਰਨੀਆ ਦੇ ਵਿੱਚ ਹੈਗਾ ਆ ਹੈ ਨਾ। ਤੇ ਉਹ ਕਹਿੰਦੇ ਜੀ ਅਸੀਂ ਸੰਗਰੂਰ ਤੋਂ ਕਲਾਸ ਲਈ ਆ ਤੇ ਕਲਾਸ ਲੈ ਕੇ ਤੇ ਫਿਰ ਚੰਡੀਗੜ੍ਹ ਅਸੀਂ ਬੰਦੇ ਸਾਡੇ ਕੰਮ ਕਰਦੇ ਆ। ਸੋ ਤੁਸੀਂ ਮਤਲਬ ਇਹ ਦੇਖੋ ਵੀ ਕਲਾਸਿਸ ਉੱਥੇ ਚੱਲ ਰਹੀਆਂ, ਉੱਥੇ ਕੰਮ ਵਾਸਤੇ ਇਹ ਸਾਰਾ ਕੁਝ ਉੱਥੇ ਚੱਲ ਰਿਹਾ ਹੈਗਾ। ਸਾਡੇ ਬੰਦੇ ਇੱਥੇ ਕਲਾਸ ਲੈਣ ਨੂੰ ਰੈਡੀ ਨਹੀਂ ਹੈਗੇ, ਇੱਥੇ ਕੰਮ ਕਰਨ ਨੂੰ ਰੈਡੀ ਨਹੀਂ ਹੈਗੇ। ਜਿਹੜਾ ਰਾਜਕਰਨ ਇਲੀਗਲ ਫੋਰਨ ਡਰਾਈਵਰ ਲਾਇਸੈਂਸ ਹੈਗਾ, ਇਹਦੇ ਉੱਤੇ ਕਾਫੀ ਇਸ ਵੇਲੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਟੈਕਸਸ ਦੇ ਵਿੱਚ ਐਡਾ ਕੁ ਵੱਡਾ ਜਿਹੜਾ ਇਹ ਕੰਮ ਚੱਲ ਰਿਹਾ ਹੈਗਾ, ਔਰ ਬਹੁਤ ਕੰਪਨੀਆਂ ਜਿਹੜੀਆਂ ਹੈਗੀਆਂ ਆ ਉਹ ਫੋਰਨਰ ਡਰਾਈਵਰ ਨੂੰ ਹਾਇਰ ਕਰਦੀਆਂ ਹੈਗੀਆਂ। ਜਿਵੇਂ ਕਿ ਮੈਕਸੀਕਨ ਡਰਾਈਵਰਸ ਹੈਗੇ ਆ, ਦੇ ਹਾਇਰ them for $1,500 a month, ਤੇ ਉਹ ਬੰਦੇ ਮੈਕਸੀਕੋ ਤੋਂ ਲੋਡ ਲੈ ਕੇ ਆਉਂਦੇ ਆ ਮਤਲਬ ਕਿ US, ਤੇ US ਤੋਂ ਕੋਈ ਵੀ ਲੋਡ ਚੱਕ ਕੇ ਵਾਪਸ ਮੈਕਸੀਕੋ ਚਲੇ ਜਾਂਦੇ ਆ। ਸੋ ਪਰ ਉਹਨਾਂ ਨੂੰ ਮੈਕਸੀਕਨ ਡਰਾਈਵਰਸ ਨੂੰ ਹਾਇਰ ਕੀਤਾ ਗਿਆ ਜਿਹੜੇ ਕਿ $1,500 ਮਹੀਨੇ ਦੇ ਕੰਮ ਕਰਦੇ ਆ। ਸੋ ਡੈਫੀਨੇਟਲੀ ਇਹ ਜਿਹੜੀ ਚੀਜ਼ ਹੈਗੀ ਆ, ਇਹਦੇ ਉੱਤੇ ਫਲੋਰੀਡਾ ਦੇ ਵਿੱਚ ਤੇ ਜਿਹੜਾ ਟੈਕਸਸ ਦੇ ਵਿੱਚ ਬਹੁਤ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ, ਜਿਹਦੇ ਉੱਤੇ ਕਿ ਇਹ ਚੀਜ਼ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਜਿਹੜੇ ਡਰਾਈਵਰ, ਔਰ ਖਾਸ ਕਰਕੇ ਉਹਨਾਂ ਡਰਾਈਵਰਸ ਦੇ ਉੱਤੇ ਕਿ ਜਿਹੜੇ ਡਰਾਈਵਰ ਕੈਨੇਡਾ ਜਾਂ ਮੈਕਸੀਕੋ ਤੋਂ ਇੱਥੇ ਆਉਂਦੇ ਆ US ਦੇ ਵਿੱਚ, ਤੇ ਉਹ ਵਿਦਨ US ਇੰਟਰਸਟੇਟ ਜਿਹੜਾ ਕੰਮ ਕਰਦੇ ਹੈਗੇ ਆ, ਇੱਥੇ ਇੰਟਰਸਟੇਟ ਜਿਹੜਾ ਵਿੱਚ ਕੰਮ ਕਰਦੇ ਆ, ਜਿਹੜੇ ਕਿ US to US ਸਟਾਪ ਲੈਂਦੇ ਹੈਗੇ ਆ ਜਾਂ ਲਾਉਂਦੇ ਹੈਗੇ ਕੰਮ ਕਰਦੇ ਆ, ਉਹਨਾਂ ਦੇ ਉੱਤੇ ਜਿਹੜਾ ਸ਼ਿਕੰਜਾ ਕਾਫੀ ਕੱਸਿਆ ਜਾਣ ਵਾਲਾ ਆ ਹੌਲੀ ਹੌਲੀ। ਸੋ ਕਾਫੀ ਚੀਜ਼ਾਂ ਜਿਹੜੀਆਂ ਹੋ ਰਹੀਆਂ ਇਸ ਵੇਲੇ, ਔਰ ਕਾਫੀ ਚੀਜ਼ਾਂ ਤੇ ਜਿਹੜਾ ਆ ਅਸਰ ਦੇਖ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋਊਗਾ। ਪਰ ਆ ਜਿਹੜਾ ਰਾਜਕਰਨ ਮੈਂ ਜਿਹੜੀ ਥੈਫਟ ਦੀ ਗੱਲ ਕਰਦਾ ਹੈਗਾ, ਹਾਂਜੀ, ਇਹ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਰੁਕਣਾ ਹੈਗਾ। ਇਹ ਰੁਕਣਾ ਹੈਗਾ ਜਦੋਂ ਰਿਪੋਰਟਿੰਗ ਹੋਈ, ਜਦੋਂ ਮੈਸਿਵ ਰਿਪੋਰਟਿੰਗ ਹੋਈ। ਮੈਸਿਵ ਹੋ ਸਕਦਾ ਸਾਨੂੰ ਮੇਬੀ ਸਾਨੂੰ ਕੋਈ ਨਾ ਕੋਈ ਜਿਹੜੀ ਆ ਸਿਗਨੇਚਰ ਕੈਂਪੇਨ ਸ਼ੁਰੂ ਕਰਨੀ ਪਵੇ, ਕੁਝ ਨਾ ਕੁਝ ਸ਼ੁਰੂ ਕਰਨਾ ਪਵੇ, ਜਿਹਨਾਂ ਕਿ ਜਿਹੜੀ ਲਾਅ ਇਨਫੋਰਸਮੈਂਟ ਆ ਉਹਦੇ ਵਿੱਚ ਜਿਹੜੀ ਆਪਣੀ ਇਹਨਾਂ ਲਾਅਜ਼ ਦੀ ਇਨਫੋਰਸਮੈਂਟ ਆ ਉਹਨੂੰ ਮਦਦ ਮਿਲੇ ਯਾਰ, ਕੁਝ ਨਾ ਕੁਝ ਕੀਤਾ ਜਾ ਸਕੇ। ਕਿਉਂਕਿ ਇੰਨਾ ਜ਼ਿਆਦਾ ਬਦਨਾਮ ਹੋ ਚੁੱਕਾ ਕੰਮ, ਜਿਹੜੇ ਸ਼ਿਪਰਸ ਆ ਸ਼ਰੇਆਮ ਕੰਪਨੀਆਂ ਨੂੰ ਮਨਾ ਕਰ ਰਹੇ ਆ ਵੀ ਅਸੀਂ ਤੁਹਾਡੇ ਨਾਲ ਕੰਮ ਨਹੀਂ ਕਰਨਾ ਹੈਗਾ। ਸੋ ਇਹ ਬਹੁਤ ਮਾੜੀ ਗੱਲ ਹੈਗੀ ਆ ਇਸ ਵੇਲੇ। ਜੀ